ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਹੈ ਡਾਇਰੈਕਟੋਰੇਟ ਸਮਾਜੀ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੁਆਰਾ। ਜੀ ਹਾਂ, ਡਾਇਰੈਕਟੋਰੇਟ ਸਮਾਜੀ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੁਆਰਾ ਆਂਗਨਵਾੜੀ ਵਰਕਰਾਂ, ਆਂਗਨਵਾੜੀ ਹੈਲਪਰਾਂ ਦੀ ਭਰਤੀ ਸੰਬੰਧੀ ਜੋ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ। ਤਾਂ ਇਸ ਵਿੱਚ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਡਾਇਰੈਕਟੋਰੇਟ ਸਮਾਜੀ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੁਆਰਾ 1016 ਆਂਗਨਵਾੜੀ ਵਰਕਰਾਂ, 129 ਮਿੰਨੀ ਆਂਗਨਵਾੜੀ ਵਰਕਰਾਂ ਅਤੇ 4569 ਆਂਗਨਵਾੜੀ ਹੈਲਪਰਾਂ ਦੀਆਂ ਅਸਾਮੀਆਂ ਦੀ ਭਰਤੀ ਦੇ ਲਈ ਜੋ ਨੋਟੀਫਿਕੇਸ਼ਨ ਹੈ ਉਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਤਾਂ ਇਸ ਨੋਟੀਫਿਕੇਸ਼ਨ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਦਿਅਕ ਯੋਗਤਾ ਦੀ। ਤਾਂ ਇਸ ਦੇ ਲਈ ਕੀ ਵਿਦਿਅਕ ਯੋਗਤਾ ਰੱਖੀ ਗਈ ਹੈ? ਤਾਂ ਤੁਸੀਂ ਦੇਖ ਸਕਦੇ ਹੋ ਆਂਗਨਵਾੜੀ ਵਰਕਰ ਜੋ ਕਿ ਮੇਨ ਅਤੇ ਮਿਨੀ ਦੋ ਤਰ੍ਹਾਂ ਦੇ ਆਂਗਨਵਾੜੀ ਵਰਕਰਾਂ ਦੀ ਭਰਤੀ ਕੀਤੀ ਜਾਣੀ ਹੈ। ਤਾਂ ਇਸ ਦੇ ਲਈ ਜੋ ਘੱਟੋ ਘੱਟ ਵਿਦਿਅਕ ਯੋਗਤਾ ਹੈ ਉਹ ਰੱਖੀ ਗਈ ਹੈ ਜੀ +2 ਪਾਸ। ਅਤੇ ਦੂਜਾ ਹੈ ਨਿਯੁਕਤੀ ਸਮੇਂ ਉਮੀਦਵਾਰ ਘੱਟੋ ਘੱਟ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ। ਨੋਟ ਇਸ ਦੇ ਵਿੱਚ ਦਿੱਤਾ ਗਿਆ ਹੈ, ਘੱਟੋ ਘੱਟ ਵਿਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ ਮੈਰਿਟ ਕ੍ਰਾਈਟੇਰੀਆ ਅਨੁਸਾਰ ਵਾਧੂ ਅੰਕ ਦਿੱਤੇ ਜਾਣੇ ਹਨ। ਇਸ ਦਾ ਅਰਥ ਇਹ ਹੈ ਕਿ ਜੇਕਰ ਤੁਸੀਂ ਕੋਈ ਵਾਧੂ ਯੋਗਤਾ ਕੀਤੀ ਹੋਈ ਹੈ, ਗ੍ਰੈਜੂਏਸ਼ਨ ਜਾਂ MA ਕੀਤੀ ਹੋਈ ਹੈ, ਤਾਂ ਉਸ ਦੇ ਤੁਹਾਨੂੰ ਜੋ ਵਧੇਰੇ ਅੰਕ ਹੈ ਉਹ ਦਿੱਤੇ ਜਾਣਗੇ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਂਗਨਵਾੜੀ ਹੈਲਪਰ ਦੇ ਲਈ ਕੀ ਵਿਦਿਅਕ ਯੋਗਤਾ ਰੱਖੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਆਂਗਨਵਾੜੀ ਹੈਲਪਰ ਦੇ ਲਈ ਘੱਟੋ ਘੱਟ 10ਵੀਂ ਮੈਟ੍ਰਿਕ ਪਾਸ ਕੀਤੀ ਹੋਵੇ ਅਤੇ ਨਿਯੁਕਤੀ ਸਮੇਂ ਉਮੀਦਵਾਰ ਘੱਟੋ ਘੱਟ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ। ਤਾਂ ਦੂਜੀ ਸ਼ਰਤ ਹੈ ਜੋ ਬਿਲਕੁਲ ਉਹੀ ਲਗਾਈ ਗਈ ਹੈ ਕਿ ਘੱਟੋ ਘੱਟ ਵਿਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ ਮੈਰਿਟ ਕ੍ਰਾਈਟੇਰੀਆ ਅਨੁਸਾਰ ਵਾਧੂ ਅੰਕ ਦਿੱਤੇ ਜਾਣਗੇ। ਤਾਂ ਇਸ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਗਰ ਤੁਸੀਂ ਕੋਈ ਵਾਧੂ ਸਿੱਖਿਆ ਜੋ ਪ੍ਰਾਪਤ ਕੀਤੀ ਹੋਈ ਹੈ ਤਾਂ ਉਸ ਦੇ ਤੁਹਾਨੂੰ ਜੋ ਵਧੇਰੇ ਅੰਕ ਹੈ ਉਹ ਦਿੱਤੇ ਜਾਣੇ ਹਨ। ਤਾਂ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਉਮਰ ਸੰਬੰਧੀ ਕਿ ਇਹਨਾਂ ਪੋਸਟਾਂ ਦੇ ਲਈ ਕਿੰਨੀ ਉਮਰ ਜੋ ਹੈ ਉਹ ਰੱਖੀ ਗਈ ਹੈ। ਉਮਰ ਜੋ ਕਿ ਮਿੱਥੀ ਜਾਣੀ ਹੈ ਜੀ 1 ਜਨਵਰੀ 2023 ਤੱਕ। ਤਾਂ ਪਹਿਲਾ ਜੋ ਪੁਆਇੰਟ ਹੈ ਆਂਗਨਵਾੜੀ ਵਰਕਰ ਹੈਲਪਰ ਦੀ ਭਰਤੀ ਲਈ ਘੱਟੋ ਘੱਟ ਉਮਰ ਹੈ ਜੀ 18 ਸਾਲ ਔਰ ਵੱਧ ਤੋਂ ਵੱਧ ਜੋ ਇਸ ਦੇ ਲਈ ਉਮਰ ਹੈ ਉਹ 35 ਸਾਲ ਹੋਵੇਗੀ। ਅਨੁਸੂਚਿਤ ਜਾਤੀਆਂ ਤੇ ਪਿਛੜੀ ਜਾਤੀਆਂ ਦੀ ਸ਼੍ਰੇਣੀਆਂ ਦੇ ਜੋ ਉਮੀਦਵਾਰ ਨੇ ਉਹਨਾਂ ਲਈ ਜੋ ਉਮਰ ਹੱਦ ਹੈ ਉਹ 40 ਸਾਲ ਰੱਖੀ ਗਈ ਹੈ। ਭਾਵ ਕਿ ਉਹਨਾਂ ਨੂੰ ਜੋ ਉੱਪਰਲੀ ਉਮਰ ਹੱਦ ਹੈ ਉਸ ਦੇ ਵਿੱਚ 5 ਸਾਲ ਦੀ ਜੋ ਵਿਸ਼ੇਸ਼ ਛੋਟ ਹੈ ਉਹ ਦਿੱਤੀ ਗਈ ਹੈ। ਇਸੇ ਤਰ੍ਹਾਂ ਉਹ ਲੋਕ ਜੋ ਕਿ ਦਿਵਿਆਂਗਜਨ ਸ਼੍ਰੇਣੀ ਦੇ ਵਿੱਚ ਆਉਂਦੇ ਹਨ, ਭਾਵ ਕਿ ਹੈਂਡੀਕੈਪ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੇ ਲਈ ਜੋ ਉੱਪਰਲੀ ਉਮਰ ਹੱਦ ਹੈ ਉਹ 45 ਸਾਲ ਰੱਖੀ ਗਈ ਹੈ। ਪਰ ਇਸ ਦਾ ਇਹ ਹੈ ਕਿ ਸੰਬੰਧਿਤ ਬਿਨੇਕਾਰ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਜਾਰੀ UDID ਕਾਰਡ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਨੈਕਸਟ ਜੋ ਸਾਡੀ ਸ਼੍ਰੇਣੀਆਂ ਦੀ ਵਿਸ਼ੇਸ਼ ਸ਼੍ਰੇਣੀ ਜਿਸ ਦੇ ਵਿੱਚ ਵਿਧਵਾ, ਤਲਾਕਸ਼ੁਦਾ ਜਾਂ NRI ਤੋਂ ਪੀੜਤ ਉਮੀਦਵਾਰਾਂ ਲਈ ਜੋ ਉੱਪਰਲੀ ਉਮਰ ਹੱਦ ਹੈ ਉਹ 45 ਸਾਲ ਰੱਖੀ ਗਈ ਹੈ। ਭਾਵ ਕਿ ਇਹੋ ਜਿਹੇ ਸ਼੍ਰੇਣੀ ਵਾਲੇ ਉਮੀਦਵਾਰਾਂ ਨੂੰ 8 ਸਾਲ ਦੀ ਜੋ ਵਿਸ਼ੇਸ਼ ਛੋਟ ਆ ਉਹ ਦਿੱਤੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਰਿਹਾਇਸ਼ ਦੀ। ਅਰਜ਼ੀਆਂ ਮੰਗੇ ਜਾਣ ਸਮੇਂ ਬਿਨੇਕਾਰ ਦੀ ਰਿਹਾਇਸ਼ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ। ਪੇਂਡੂ ਖੇਤਰ ਦੇ ਲਈ ਸੰਬੰਧਿਤ ਗ੍ਰਾਮ ਪੰਚਾਇਤ ਜਾਂ ਗ੍ਰਾਮ ਸਭਾ ਦੇ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ। ਸ਼ਹਿਰੀ ਖੇਤਰ ਦੇ ਲਈ ਅਗਰ ਅਸੀਂ ਗੱਲ ਕਰਦੇ ਹਾਂ ਸਾਰੇ ਪ੍ਰਕਾਰ ਦੇ ਸ਼ਹਿਰਾਂ ਵਿੱਚ ਸੰਬੰਧਿਤ ਵਾਰਡ ਦਾ ਵਸਨੀਕ ਹੋਣਾ ਲਾਜ਼ਮੀ ਹੈ। ਤਾਂ ਇਸ ਰਿਹਾਇਸ਼ ਦੇ ਸੰਬੰਧੀ ਕੀ ਪ੍ਰੂਫ ਦੇਣਾ ਹੋਏਗਾ? ਵੋਟਰ ਸ਼ਨਾਖਤੀ ਕਾਰਡ ਤੁਹਾਡਾ ਹੋ ਸਕਦਾ ਹੈ ਔਰ ਤਾਜ਼ਾ ਵੋਟਰ ਸੂਚੀ ਵਿੱਚ ਤੁਹਾਡਾ ਜੋ ਇੰਦਰਾਜ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਜੋ ਉਮੀਦਵਾਰ ਹੈ ਆਪਣਾ ਆਧਾਰ ਕਾਰਡ ਵੀ ਇਸ ਦੇ ਲਈ ਪੇਸ਼ ਉਸ ਨੂੰ ਲਾਜ਼ਮੀ ਕਰਨਾ ਪਏਗਾ। ਨੋਟ ਇਸ ਦੇ ਲਈ ਦਿੱਤਾ ਗਿਆ ਵੋਟਰ ਕਾਰਡ ਤੇ ਆਧਾਰ ਕਾਰਡ ਦੀ ਫੋਟੋ ਕਾਪੀ ਰਿਹਾਇਸ਼ ਦੇ ਸਬੂਤ ਵਜੋਂ ਬਿਨੇ ਪੱਤਰ ਨਾਲ ਹੀ ਨੱਥੀ ਕਰਨੇ ਜ਼ਰੂਰੀ ਹੋਣਗੇ। ਦੂਜਾ ਜੋ ਇਹਦੇ ਵਿੱਚ ਵਿਸ਼ੇਸ਼ ਨੋਟ ਦਿੱਤਾ ਗਿਆ ਹੈ ਜੀ 2 ਮਹੀਨੇ ਅੰਦਰ ਅੰਦਰ ਨਵ ਵਿਵਾਹਿਤ ਇਸਤਰੀ ਉਕਤ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿੱਚ ਵਿਆਹ ਸੰਬੰਧੀ ਦਸਤਾਵੇਜ਼ ਅਤੇ ਆਪਣੇ ਪਤੀ ਦੇ ਰਿਹਾਇਸ਼ ਸੰਬੰਧੀ ਸਬੂਤ ਨੱਥੀ ਕਰਨੇ ਹੋਣਗੇ। ਪਰੰਤੂ ਨਿਯੁਕਤ ਹੋਣ ਉਪਰੰਤ ਉਸ ਨੂੰ ਅਗਲੇ 2 ਮਹੀਨੇ ਤੱਕ ਆਪਣੇ ਖੁਦ ਦੇ ਰਿਹਾਇਸ਼ੀ ਸਬੂਤ ਬਣਾ ਕੇ ਸੰਬੰਧਿਤ ਦਫ਼ਤਰ ਨੂੰ ਪੇਸ਼ ਕਰਨੇ ਲਾਜ਼ਮੀ ਹੋਣਗੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਰਾਖਵੇਂਕਰਨ ਦੀ ਕਿ ਇਹਨਾਂ ਪੋਸਟਾਂ ਦੇ ਲਈ ਕਿਸ ਤਰ੍ਹਾਂ ਜੋ ਰਾਖਵਾਂਕਰਨ ਕੀਤਾ ਗਿਆ ਹੈ। ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਆਂਗਨਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਵਿੱਚ ਖਾਲੀ ਅਸਾਮੀਆਂ ਲਈ ਆਬਾਦੀ ਦੇ ਆਧਾਰ ਤੇ ਅਨੁਸੂਚਿਤ ਜਾਤੀਆਂ ਲਈ 25%, ਪੱਛੜੀ ਸ਼੍ਰੇਣੀਆਂ ਲਈ 12%, ਦਿਵਿਆਂਗਜਨ ਸ਼੍ਰੇਣੀ ਲਈ 4% ਰਾਖਵਾਂਕਰਨ ਦਾ ਉਪਬੰਧ ਕੀਤਾ ਜਾਂਦਾ ਹੈ। ਬਾਕੀ 59% ਜੋ ਖਾਲੀ ਅਸਾਮੀਆਂ ਉਹ ਅਣਰਾਖਵੀਆਂ ਰੱਖੀਆਂ ਜਾਣਗੀਆਂ ਤੇ ਜਿਨ੍ਹਾਂ ਦੇ ਕੋਈ ਵੀ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਨੂੰ ਅਲੱਗ-ਅਲੱਗ ਵੰਡ ਦਿੱਤੀ ਗਈ ਹੈ ਸ਼੍ਰੇਣੀ ਵਾਈਜ਼ ਕਿ ਕਿਸ ਤਰ੍ਹਾਂ ਜਿਹੜੀਆਂ ਪੋਸਟਾਂ ਦੀ ਜਿਹੜੀ ਵੰਡ ਆ ਉਹ ਕੀਤੀ ਗਈ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜੀ ਚੋਣ ਪ੍ਰਕਿਰਿਆ ਦੀ ਕਿ ਇਹਨਾਂ ਪੋਸਟਾਂ ਦੇ ਲਈ ਜੋ ਚੋਣ ਪ੍ਰਕਿਰਿਆ ਉਹ
ਕਿਸ ਤਰ੍ਹਾਂ ਦੀ ਜੋ ਅਪਣਾਈ ਜਾਏਗੀ, ਕਿਸ ਤਰ੍ਹਾਂ ਜੋ ਉਮੀਦਵਾਰਾਂ ਦੀ ਜਿਹੜੀ ਚੋਣ ਹੈ ਉਹ ਕੀਤੀ ਜਾਏਗੀ। ਤਾਂ ਪਹਿਲਾਂ ਗੱਲ ਕਰਦੇ ਹਾਂ ਜੀ ਬਿਨੇ ਪੱਤਰ ਲੈਣ ਦੀ ਵਿਧੀ ਦੀ। ਆਂਗਣਵਾੜੀ ਵਰਕਰ ਹੈਲਪਰ ਦੀ ਭਰਤੀ ਲਈ ਨਿਰਧਾਰਿਤ ਕੀਤੇ ਪ੍ਰੋਫਾਰਮੇ ਅਨੁਸਾਰ ਹੀ ਬਿਨੇ ਪੱਤਰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਹੀ ਲਏ ਜਾਣਗੇ। ਤਾਂ ਜਦੋਂ ਤੁਸੀਂ ਪੋਸਟਾਂ ਲਈ ਅਪਲਾਈ ਕਰਨਾ ਹੈ ਤਾਂ ਜੋ ਬਿਨੇ ਪੱਤਰ ਹੈ ਉਹ ਦਸਤੀ ਦੇਣਾ ਹੈ ਜਾਂ ਫਿਰ ਰਜਿਸਟਰਡ ਪੋਸਟ ਰਾਹੀਂ ਹੀ ਤੁਸੀਂ ਅਪਲਾਈ ਕਰਨਾ ਹੈ। ਬਿਨੇਕਾਰ ਆਪਣੇ ਬਿਨੇ ਪੱਤਰ ਸੰਬੰਧਿਤ ਦਸਤਾਵੇਜ਼ਾਂ ਦੀ ਸਵੈ ਤਸਦੀਕਸ਼ੁਦਾ ਕਾਪੀਆਂ ਸਮੇਤ ਨਿਸ਼ਚਿਤ ਸਮੇਂ ਦੌਰਾਨ ਕੇਵਲ ਇਲਾਕੇ ਦੇ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਯੋਗ ਵਿਧੀ ਨਾਲ ਜਮ੍ਹਾਂ ਕਰਾਏਗਾ ਅਤੇ ਇਸ ਦੀ ਰਸੀਦ ਪ੍ਰਾਪਤ ਕਰੇਗਾ। ਨੋਟ 1 ਬਿਨੇ ਪੱਤਰ ਲਈ ਪ੍ਰੋਫਾਰਮਾ ਅਨੁਲੱਗ 2 ਵਿੱਚ ਨੱਥੀ ਕੀਤਾ ਗਿਆ ਹੈ। ਬਿਨੇ ਪੱਤਰ ਲੈਣ ਦੀ ਆਖਰੀ ਮਿਤੀ ਸ਼ਾਮ 5 ਵਜੇ ਤੱਕ ਹੀ ਦਸਤੀ ਜਾਂ ਡਾਕ ਰਾਹੀਂ ਬਿਨੇ ਪੱਤਰ ਲਏ ਜਾਣਗੇ। ਇਸ ਸਮੇਂ ਤੋਂ ਬਾਅਦ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ। ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਤੋਂ ਇਲਾਵਾ ਵਿਭਾਗ ਜਾਂ ਜ਼ਿਲ੍ਹੇ ਦੇ ਹੋਰ ਕਿਸੇ ਦਫ਼ਤਰ ਜਾਂ ਅਧਿਕਾਰੀ ਨੂੰ ਦਿੱਤੇ ਬਿਨੇ ਪੱਤਰ ਸਵੀਕਾਰ ਨਹੀਂ ਹੋਣਗੇ। ਭਾਵ ਕੀ ਹੈ ਕਿ ਜੋ ਤੁਸੀਂ ਆਪਣਾ ਦਸਤੀ ਜਾਂ ਰਜਿਸਟਰਡ ਜੋ ਆਪਣਾ ਬਿਨੇ ਪੱਤਰ ਹੈ ਉਹ ਸਿਰਫ ਬਾਲ ਵਿਕਾਸ ਅਫਸਰ ਕੋਲ ਹੀ ਜਮ੍ਹਾਂ ਤੁਸੀਂ ਕਰਵਾਉਣਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਮੈਰਿਟ ਦੇ ਮਾਪਦੰਡ ਦੀ ਕਿ ਕਿਸ ਤਰ੍ਹਾਂ ਜੋ ਮੈਰਿਟ ਹੈ ਇਹਨਾਂ ਪੋਸਟਾਂ ਦੇ ਲਈ ਜੋ ਤਿਆਰ ਕੀਤੀ ਜਾਏਗੀ। ਤਾਂ ਤੁਸੀਂ ਦੇਖ ਸਕਦੇ ਹੋ ਆਂਗਨਵਾੜੀ ਵਰਕਰ ਅਤੇ ਮਿੰਨੀ ਆਂਗਨਵਾੜੀ ਵਰਕਰਾਂ ਲਈ ਕਿਸ ਤਰ੍ਹਾਂ ਜੋ ਵਿਦਿਅਕ ਯੋਗਤਾ ਦੇ ਜਿਹੜੇ ਅੰਕ ਆ ਉਹ ਨਿਰਧਾਰਿਤ ਕੀਤੇ ਜਾਣਗੇ। ਤਾਂ ਇੱਥੇ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਹਾਂ ਕਿ ਜੋ ਇਸ ਦੇ ਲਈ ਜੋ ਕੁੱਲ ਅੰਕ ਹਨ ਉਹ 100 ਮਿੱਥੇ ਗਏ ਹਨ, ਜਿਸ ਦੇ ਵਿੱਚ ਅਗਰ ਤੁਸੀਂ +2 ਕੀਤੀ ਹੈ ਤਾਂ +2 ਦੇ ਜੋ ਕੁੱਲ ਅੰਕ ਹਨ ਉਹ 70 ਹਨ। ਹੁਣ 70 ਅੰਕਾਂ ਦੇ ਵਿੱਚੋਂ ਤੁਹਾਡੇ ਅੰਕ ਕਿਸ ਤਰ੍ਹਾਂ ਗਿਣੇ ਜਾਣਗੇ, ਇਸ ਲਈ ਫਾਰਮੂਲਾ ਦਿੱਤਾ ਗਿਆ ਹੈ 70/100 × y। ਭਾਵ ਜੇਕਰ ਕਿਸੇ ਬਿਨੇਕਾਰ ਦੇ 68% ਨੰਬਰ ਹਨ +2 ਦੇ ਵਿੱਚ ਤਾਂ ਉਸਦੇ ਅੰਕ ਕਿਸ ਤਰ੍ਹਾਂ ਨਿਕਲਣਗੇ 70/100 × 68। ਭਾਵ ਕਿ ਉਸਦੇ ਕਿੰਨੇ ਅੰਕ ਬਣ ਗਏ ਜੀ 47.6 ਅੰਕ ਉਸਦੇ ਬਣ ਜਾਣਗੇ 70 ਦੇ ਵਿੱਚੋਂ। ਤਾਂ ਇਸ ਦੇ ਨਾਲ ਹੀ ਅਗਰ ਤੁਸੀਂ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹੈ ਤਾਂ ਉਸਦੇ 10 ਅੰਕ ਹਨ। ਤਾਂ ਇਸ ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰਾਂ ਦੀ ਕਾਊਂਟਿੰਗ ਕਿਸ ਤਰ੍ਹਾਂ ਕਰਨੀ ਹੈ 10/100 × 22। ਭਾਵ ਜੇਕਰ ਕਿਸੇ ਬਿਨੇਕਾਰ ਦੇ 75% ਨੰਬਰ ਹਨ ਗ੍ਰੈਜੂਏਸ਼ਨ ਦੇ ਵਿੱਚੋਂ ਤਾਂ ਉਸਦੇ ਅੰਕ ਅਸੀਂ ਕਾਊਂਟ ਕਰਾਂਗੇ 10/100 × 75। ਭਾਵ ਕਿ 7.5 ਅੰਕ ਹੈ ਜਿਹੜੇ ਉਸਦੇ ਗ੍ਰੈਜੂਏਸ਼ਨ ਦੀ ਡਿਗਰੀ ਦੇ ਲੱਗਣੇ ਹਨ। ਇਸ ਤਰ੍ਹਾਂ ਅਗਰ ਤੁਸੀਂ ਬੀਐਡ ਕੀਤੀ ਹੋਈ ਹੈ, ਐਨਟੀਟੀ ਕੀਤੀ ਹੋਈ ਹੈ, ਈਟੀਟੀ ਕੀਤੀ ਗਈ ਹੈ ਤਾਂ ਉਸਦੇ ਵੀ ਕੁੱਲ ਅੰਕ 10 ਹਨ। ਤਾਂ ਉਸ ਨੂੰ ਨਿਰਧਾਰਿਤ ਕਰਨ ਦਾ ਫਾਰਮੂਲਾ ਹੈ 10/100 × 22। ਭਾਵ ਕਿ ਜੇਕਰ ਕਿਸੇ ਬਿਨੇਕਾਰ ਦੇ 52% ਨੰਬਰ ਹਨ ਤਾਂ 10/100 × 52 5.20 ਅੰਕ ਹੈ ਜਿਹੜੇ ਉਹਦੇ 10 ਦੇ ਵਿੱਚੋਂ ਲੱਗਣੇ ਹਨ ਬੀਐਡ, ਐਨਟੀਟੀ ਔਰ ਈਟੀਟੀ ਦੀ ਡਿਗਰੀ ਦੇ ਲਈ। ਔਰ ਇਸੇ ਤਰ੍ਹਾਂ ਅਗਰ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਈ ਹੈ ਤਾਂ ਇਸ ਦੇ ਜੋ ਮੈਕਸਿਮਮ ਅੰਕ ਹਨ ਉਹ ਹਨ ਜੀ 5। ਔਰ ਇਹਨਾਂ 5 ਅੰਕਾਂ ਦੇ ਵਿੱਚੋਂ ਤੁਹਾਡੇ ਅੰਕ ਕਿੰਨੇ ਲੱਗਣਗੇ ਉਸ ਨੂੰ ਨਿਰਧਾਰਿਤ ਕਰਨ ਦਾ ਫਾਰਮੂਲਾ ਹੈ 5/100 × 22। ਭਾਵ ਕਿ ਜੇਕਰ ਕਿਸੇ ਬਿਨੇਕਾਰ ਦੇ 70% ਨੰਬਰ ਹਨ ਤਾਂ 5/100 × 70 3.5 ਅੰਕ ਉਸਦੇ 5 ਦੇ ਵਿੱਚੋਂ ਲੱਗਣੇ ਹਨ। ਇੱਕ ਵਿਸ਼ੇਸ਼ ਜੋ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਵਿਧਵਾ, ਤਲਾਕਸ਼ੁਦਾ ਜਾਂ ਐਨਆਰਆਈ ਦੁਆਰਾ ਛੱਡੀ ਨਿਆਸ਼ਰਿਤ ਔਰਤ, ਉਸ ਦੇ ਲਈ ਮੈਕਸਿਮਮ 5 ਅੰਕ ਰੱਖੇ ਗਏ ਹਨ। ਤਾਂ ਵਿਧਵਾ ਨੂੰ ਇਸ ਦੇ ਲਈ ਕੀ ਕਰਨਾ ਪਏਗਾ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ ਐਨਆਰਆਈ ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ ਯੂਆਈਡੀ ਦੀ ਕਾਪੀ ਉਪਲਬਧ ਕਰਵਾਉਣ ਤੇ ਹੀ ਨੰਬਰ ਮਿਲਣਯੋਗ ਹੋਣਗੇ। ਤਾਂ ਇਸ ਤਰ੍ਹਾਂ ਤੁਹਾਡੇ ਕੁੱਲ 100 ਅੰਕਾਂ ਦੇ ਵਿੱਚੋਂ ਤੁਹਾਡੇ ਕਿੰਨੇ ਨੰਬਰ ਲੱਗਦੇ ਹਨ ਇਹ ਜੋ ਨਿਰਧਾਰਿਤ ਕੀਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਂਗਨਵਾੜੀ ਹੈਲਪਰ ਦੇ ਲਈ ਕਿ ਕਿਸ ਤਰ੍ਹਾਂ ਉਹਨਾਂ ਦੇ ਜੋ ਅੰਕ ਹਨ ਉਹ ਲੱਗਣੇ ਹਨ। ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਲਈ ਜੋ ਵਿਦਿਅਕ ਯੋਗਤਾ 10th ਮਿਥੀ ਗਈ ਸੀ ਬਿਲਕੁਲ ਉਸੇ ਤਰ੍ਹਾਂ ਹੀ ਕੁੱਲ 100 ਅੰਕਾਂ ਦੇ ਵਿੱਚੋਂ ਅੰਕ ਲੱਗਣੇ ਹਨ। ਤਾਂ ਫਾਰਮੂਲਾ ਬਿਲਕੁਲ ਸੇਮ ਹੀ ਲਗਾਇਆ ਗਿਆ ਹੈ। 10th ਦੇ ਅਗਰ ਤੁਸੀਂ ਵਿਦਿਅਕ ਯੋਗਤਾ ਹਾਸਲ ਕੀਤੀ ਵੀ ਹੈ ਜੋ ਕਿ ਮਿਨੀਮਮ ਯੋਗਤਾ ਹੈ ਉਸ ਦੇ 70 ਅੰਕ ਹਨ। +2 ਅਗਰ ਤੁਸੀਂ ਕੀਤੀ ਵੀ ਹੈ ਤਾਂ ਮੈਕਸਿਮਮ ਅੰਕ 10 ਹਨ। ਗ੍ਰੈਜੂਏਸ਼ਨ ਦੇ ਲਈ ਮੈਕਸਿਮਮ ਅੰਕ 10 ਹਨ। ਬੀਐਡ, ਐਨਟੀਟੀ ਔਰ ਅਗਰ ਤੁਸੀਂ ਈਟੀਟੀ ਕਰ ਰੱਖਿਆ ਤਾਂ ਉਸਦੇ ਮੈਕਸਿਮਮ ਅੰਕ ਤੁਹਾਨੂੰ 5 ਮਿਲਣੇ ਹਨ। ਔਰ ਅਗਰ ਤੁਹਾਡੀ ਕੋਈ ਵਿਸ਼ੇਸ਼ ਕੈਟੇਗਰੀ ਬਣਦੀ ਹੈ ਭਾਵ ਕਿ ਵਿਧਵਾ ਜਾਂ ਤਲਾਕਸ਼ੁਦਾ ਜਾਂ ਐਨਆਰਆਈ ਦੁਆਰਾ ਛੱਡੀ ਗਈ ਨੀ ਆਸ਼ਰਿਤ ਔਰਤ ਦੀ ਸ਼੍ਰੇਣੀ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਉਸਦੇ ਵੀ ਮੈਕਸਿਮਮ ਅੰਕ 5 ਹਨ। ਅੰਕਾਂ ਨੂੰ ਕੈਲਕੂਲੇਟ ਕਰਨ ਦੀ ਉਹੀ ਵਿਧੀ ਹੈ ਜੋ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਤਾਂ ਉਸ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲੈਣਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਅੱਗੇ ਵਧਦੇ ਹਾਂ ਕਿ ਤੁਸੀਂ ਉਡੀਕ ਸੂਚੀ ਦੇ ਵਿੱਚ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਬੁਲਾਇਆ ਜਾਏਗਾ ਜਦੋਂ ਕਿ ਤੁਹਾਡੇ ਜੋ ਸਰਟੀਫਿਕੇਟਸ ਨੇ ਉਸ ਨੂੰ ਵੈਰੀਫਾਈ ਕਰ ਲਿਆ ਗਿਆ, ਤੁਹਾਡੀ ਮੈਰਿਟ ਬਣਾ ਲਈ ਗਈ ਤਾਂ ਕਿਸ ਤਰ੍ਹਾਂ ਜਿਹੜੀ ਉਡੀਕ ਸੂਚੀ ਜਾਰੀ ਕੀਤੀ ਜਾਣੀ। ਤਾਂ ਤੁਸੀਂ ਦੇਖ ਸਕਦੇ ਹੋ ਸੀਡੀਪੀਓ ਵੱਲੋਂ ਆਂਗਨਵਾੜੀ ਵਰਕਰ, ਆਂਗਨਵਾੜੀ ਹੈਲਪਰ ਦੀਆਂ ਅਸਾਮੀਆਂ ਲਈ ਵੱਧ ਤੋਂ ਵੱਧ
2 ਬਿਨੇਕਾਰਾਂ ਦੀ ਉਡੀਕ ਸੂਚੀ ਤਿਆਰ ਕੀਤੀ ਜਾਵੇਗੀ। ਇਸ ਦੀ ਉਡੀਕ ਦਾ ਜੋ ਸਮਾਂ ਹੈ 3 ਮਹੀਨੇ ਤੱਕ ਦਾ ਹੀ ਹੋਵੇਗਾ। ਮੈਰਿਟ ਵਿੱਚ ਪਹਿਲੇ 3 ਉਮੀਦਵਾਰਾਂ ਵੱਲੋਂ ਨਿਸ਼ਚਿਤ ਸਮੇਂ ਵਿੱਚ ਜੁਆਇਨਿੰਗ ਰਿਪੋਰਟ ਨਾ ਪੇਸ਼ ਕਰਨ ਦੀ ਸੂਰਤ ਵਿੱਚ ਉਸ ਅਸਾਮੀ ਲਈ ਭਰਤੀ ਦੀ ਪ੍ਰਕਿਰਿਆ ਦੁਬਾਰਾ ਤੋਂ ਸ਼ੁਰੂ ਕੀਤੀ ਜਾਏਗੀ। ਔਰ ਨੈਕਸਟ ਅਸੀਂ ਗੱਲ ਕਰਦੇ ਹਾਂ ਹਾਜ਼ਰੀ ਰਿਪੋਰਟ, ਮੈਡੀਕਲ ਫਿਟਨੈਸ ਔਰ ਪੁਲਿਸ ਵੈਰੀਫਿਕੇਸ਼ਨ ਸੰਬੰਧੀ ਕੀ ਇਸ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ, ਆਪਾਂ ਦੇਖਦੇ ਹਾਂ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜੁਆਇਨਿੰਗ ਤੋਂ ਪਹਿਲਾਂ ਐਸਐਮ ਤੋਂ ਪ੍ਰਾਪਤ ਮੈਡੀਕਲ ਫਿਟਨੈਸ ਸਰਟੀਫਿਕੇਟ ਪੇਸ਼ ਕਰੇਗਾ। ਹੁਣ ਜਿਸ ਵੀ ਉਮੀਦਵਾਰ ਦੀ ਸਿਲੈਕਸ਼ਨ ਹੁੰਦੀ ਹੈ ਉਸ ਨੂੰ ਜੁਆਇਨਿੰਗ ਤੋਂ ਪਹਿਲਾਂ ਐਸਐਮ ਤੋਂ ਮੈਡੀਕਲ ਫਿਟਨੈਸ ਸਰਟੀਫਿਕੇਟ ਪੇਸ਼ ਕਰਨਾ ਪਏਗਾ। ਦਿਵਿਆਂਗਜਨ ਉਮੀਦਵਾਰਾਂ ਲਈ ਜ਼ਿਲ੍ਹੇ ਦਾ ਸਿਵਲ ਸਰਜਨ ਅਨੁਲੱਗ 3 ਅਨੁਸਾਰ ਫਿਜ਼ੀਕਲੀ ਐਂਡ ਮੈਡੀਕਲੀ ਫਿਟ ਫॉर ਰੈਂਡਰਿੰਗ ਆਂਗਨਵਾੜੀ ਸਰਵਿਸਿਜ਼ ਦਾ ਸਰਟੀਫਿਕੇਟ ਜਾਰੀ ਕਰੇਗਾ ਜੋ ਲਾਜ਼ਮੀ ਹੋਵੇਗਾ। ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਪੁਲਿਸ ਸਾਂਝ ਕੇਂਦਰ ਰਾਹੀਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਏਗੀ। ਇਹ ਪ੍ਰਕਿਰਿਆ 15 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇ। ਜੇਕਰ ਉਸ ਦਾ ਮੈਡੀਕਲ ਫਿਟਨੈਸ ਜਾਂ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਸਹੀ ਨਹੀਂ ਪਾਈ ਜਾਂਦੀ ਤਾਂ ਉਸ ਦੀ ਜੋ ਉਮੀਦਵਾਰੀ ਹੈ ਤੁਰੰਤ ਪ੍ਰਭਾਵ ਤੋਂ ਖਤਮ ਕੀਤੀ ਜਾਵੇਗੀ ਅਤੇ ਉਡੀਕ ਸੂਚੀ ਅਨੁਸਾਰ ਅਗਲੇ ਯੋਗ ਉਮੀਦਵਾਰ ਨੂੰ ਜੋ ਮੌਕਾ ਦਿੱਤਾ ਜਾਏਗਾ। ਜੇਕਰ ਚੁਣੇ ਹੋਏ ਉਮੀਦਵਾਰ ਵੱਲੋਂ 15 ਦਿਨਾਂ ਦੇ ਅੰਦਰ ਹਾਜ਼ਰੀ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਤਾਂ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਉਡੀਕ ਸੂਚੀ ਦੇ ਅਗਲੇ ਬਿਨੈਕਾਰ ਨੂੰ ਨਿਯੁਕਤੀ ਪੱਤਰ ਜਾਰੀ ਕਰੇਗਾ। ਇਸ ਤੋਂ ਇਲਾਵਾ ਜੇਕਰ ਚੁਣੇ ਉਮੀਦਵਾਰ ਵੱਲੋਂ 15 ਦਿਨਾਂ 'ਚ ਮੈਡੀਕਲ ਫਿਟਨੈਸ ਅਤੇ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਪੇਸ਼ ਕਰਨ ਦਾ ਉਚਿਤ ਕਾਰਨ ਲਿਖਤੀ ਰੂਪ ਵਿੱਚ ਨਹੀਂ ਦੱਸਿਆ ਜਾਂਦਾ ਤਾਂ ਸੰਬੰਧਿਤ ਬਿਨੈਕਾਰ ਨੂੰ ਜਾਰੀ ਨਿਯੁਕਤੀ ਪੱਤਰ ਦੀ ਪੇਸ਼ਕਸ਼ ਰੱਦ ਸਮਝੀ ਜਾਏਗੀ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਇਸ ਉਪਰੰਤ ਉਡੀਕ ਸੂਚੀ ਦੇ ਅਗਲੇ ਉਮੀਦਵਾਰ ਨੂੰ ਨਿਯੁਕਤੀ ਪੱਤਰ ਜਾਰੀ ਕਰੇਗਾ। ਹੋਰ ਆਮ ਸ਼ਰਤਾਂ ਇਸ ਦੇ ਵਿੱਚ ਕੀ ਰੱਖੀਆਂ ਗਈਆਂ ਹਨ ਉਹ ਤੁਹਾਡੇ ਨਾਲ ਜੋ ਮੇਨ ਹਨ ਮੈਂ ਤੁਹਾਡੇ ਨਾਲ ਡਿਸਕਸ ਜ਼ਰੂਰ ਕਰੂੰਗਾ। ਆਂਗਨਵਾੜੀ ਵਰਕਰਾਂ ਤੇ ਆਂਗਨਵਾੜੀ ਹੈਲਪਰਾਂ ਦੀ ਭਰਤੀ ਸਿਰਫ ਇਸਤਰੀ ਉਮੀਦਵਾਰਾਂ ਲਈ ਹੈ। ਇਸ ਦੇ ਵਿੱਚ ਕੋਈ ਵੀ ਜੋ ਪੁਰਸ਼ ਜੋ ਉਮੀਦਵਾਰ ਹੈ ਉਹ ਅਪਲਾਈ ਨਹੀਂ ਕਰ ਸਕੇਗਾ। ਇਹ ਭਰਤੀ ਨਿਰੋਲ ਮਾਣ ਭੱਤੇ ਤੇ ਆਧਾਰਿਤ ਹੈ ਅਤੇ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ। ਨਿਰਧਾਰਿਤ ਮੈਰਿਟ ਕ੍ਰਾਈਟੇਰੀਆ ਅਨੁਸਾਰ ਹੀ ਮੈਰਿਟ ਤਿਆਰ ਕੀਤੀ ਜਾਏਗੀ। ਮੁਕੰਮਲ ਹੋਈ ਡਿਗਰੀ ਦੇ ਹੀ ਅੰਕ ਮਿਲਣਯੋਗ ਹੋਣਗੇ। ਇਸ ਵਿਗਿਆਪਨ ਨੂੰ ਕਿਸੇ ਵੀ ਕਾਰਨ ਰੱਦ ਕਰਨ ਦਾ ਅਧਿਕਾਰ ਵਿਭਾਗ ਪਾਸ ਹੋਵੇਗਾ। ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਖੁਦ ਜ਼ਿੰਮੇਵਾਰ ਹੋਏਗਾ। ਇਸ ਭਰਤੀ ਸੰਬੰਧੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਵਿਆਖਿਆ ਤੇ ਲਿਆ ਗਿਆ ਫੈਸਲਾ ਅੰਤਿਮ ਹੋਏਗਾ ਔਰ ਉਹ ਸਭ ਤੇ ਹੀ ਲਾਗੂ ਹੋਏਗਾ। ਉਮੀਦਵਾਰ ਵੱਲੋਂ ਵਿਦਿਅਕ ਯੋਗਤਾ, ਉਮਰ, ਰਿਹਾਇਸ਼, ਰਾਖਵੀਂ ਸ਼੍ਰੇਣੀ ਸੰਬੰਧੀ ਅਤੇ ਹੋਰ ਦਸਤਾਵੇਜ਼ਾਂ ਦੀਆਂ ਸਵੈ ਤਸਦੀਕਸ਼ੁਦਾ ਕਾਪੀਆਂ ਬਿਨੇ ਪੱਤਰ ਨਾਲ ਹੀ ਨੱਥੀ ਕੀਤੀਆਂ ਜਾਣਗੀਆਂ। ਨਿਯੁਕਤੀ ਹੋਣ ਉਪਰੰਤ ਜੇਕਰ ਉਮੀਦਵਾਰ ਦੀ ਕੋਈ ਦਸਤਾਵੇਜ਼ੀ ਜਾਣਕਾਰੀ ਗਲਤ ਜਾਂ ਝੂਠੀ ਪਾਈ ਜਾਂਦੀ ਹੈ ਤਾਂ ਉਸ ਉਮੀਦਵਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਦੀ ਨਿਯੁਕਤੀ ਨੂੰ ਰੱਦ ਕੀਤਾ ਜਾਏਗਾ। ਤਾਂ ਅੱਗੇ ਜੋ 2 ਕਮੇਟੀਆਂ ਬਣਾਈਆਂ ਗਈਆਂ ਹਨ ਜਿਸ ਦੇ ਵਿੱਚ ਤੁਸੀਂ ਅਪੀਲ ਕਰ ਸਕਦੇ ਹੋ। ਪਹਿਲੀ ਅਪੀਲ ਕਮੇਟੀ ਹੈ, ਦੂਜੀ ਅਪੀਲ ਕਮੇਟੀ ਹੈ। ਤਾਂ ਦੋਸਤੋ ਇਹ ਜੋ ਸਾਰੀ ਜਾਣਕਾਰੀ ਸੀ ਇਹ ਉਹਨਾਂ ਪੋਸਟਾਂ ਦੇ ਲਈ ਸੀ ਜੋ ਕਿ ਆਂਗਨਵਾੜੀ ਵਰਕਰਾਂ ਦੀ ਸਹਾਇਕ ਆਂਗਨਵਾੜੀ ਵਰਕਰਾਂ ਦੇ ਲਈ ਜਾਰੀ ਕੀਤੀਆਂ ਗਈਆਂ ਹਨ। ਤਾਂ ਅੱਗੇ ਅਸੀਂ ਦੇਖਦੇ ਹਾਂ ਕਿ ਆਂਗਨਵਾੜੀ ਹੈਲਪਰ ਦੀ ਅਸਾਮੀ ਦੇ ਲਈ ਬਿਨੇ ਪੱਤਰ ਹੈ ਜੋ ਸਾਨੂੰ ਉਹ ਪ੍ਰੋਵਾਈਡ ਕਰਾਇਆ ਗਿਆ ਹੈ। ਸਵੈ ਘੋਸ਼ਣਾ ਪੱਤਰ ਹੈ ਜੋ ਅਸੀਂ ਭਰਨਾ ਹੈ ਇਸ ਜੋ ਐਪਲੀਕੇਸ਼ਨ ਫਾਰਮ ਦੇ ਨਾਲ। ਨੈਕਸਟ ਤੁਸੀਂ ਦੇਖ ਸਕਦੇ ਹੋ ਆਂਗਨਵਾੜੀ ਵਰਕਰ ਦੀ ਅਸਾਮੀ ਦੇ ਲਈ ਬਿਨੇ ਪੱਤਰ ਹੈ, ਇਸ ਨੂੰ ਤੁਸੀਂ ਭਰਨਾ ਹੈ। ਇਸ ਦੇ ਲਈ ਜੋ ਇੱਕ ਸਵੈ ਘੋਸ਼ਣਾ ਪੱਤਰ ਹੈ ਇਹ ਸਾਨੂੰ ਪ੍ਰੋਵਾਈਡ ਕਰਵਾਇਆ ਗਿਆ ਹੈ। ਅੱਗੇ ਅਸੀਂ ਦੇਖਦੇ ਹਾਂ ਜੀ ਮਿੰਨੀ ਆਂਗਨਵਾੜੀ ਵਰਕਰ ਦੀ ਅਸਾਮੀ ਦੇ ਲਈ ਬਿਨੇ ਪੱਤਰ ਦਿੱਤਾ ਗਿਆ ਹੈ। ਇਸ ਮਿੰਨੀ ਆਂਗਨਵਾੜੀ ਵਰਕਰ ਦੀ ਅਸਾਮੀ ਦੇ ਨਾਲ ਹੀ ਤੁਸੀਂ ਜੋ ਹੇਠਾਂ ਦਿੱਤਾ ਗਿਆ ਜੋ ਸਵੈ ਘੋਸ਼ਣਾ ਪੱਤਰ ਭਰਨਾ ਹੈ। ਨੈਕਸਟ ਅਨੁਲੱਗ 3 ਪੰਜਾਬ ਵਿੱਚ ਆਂਗਨਵਾੜੀ ਵਰਕਰ ਦੀਆਂ ਭੂਮਿਕਾ ਤੇ ਜ਼ਿੰਮੇਵਾਰੀਆਂ ਸਾਨੂੰ ਦੱਸੀਆਂ ਗਈਆਂ ਹਨ ਕਿ ਅਗਰ ਤੁਸੀਂ ਆਂਗਨਵਾੜੀ ਵਰਕਰ ਦੀ ਪੋਸਟ ਦੇ ਉੱਤੇ ਤੁਸੀਂ ਨਿਯੁਕਤ ਹੋ ਜਾਂਦੇ ਹੋ ਤਾਂ ਤੁਹਾਨੂੰ ਕਿਹੜੇ-ਕਿਹੜੇ ਕੰਮ ਕਰਨੇ ਪੈਣਗੇ। ਤਾਂ ਤੁਸੀਂ ਦੇਖ ਸਕਦੇ ਹੋ ਕੁਝ ਜੋ ਕੰਮ ਹੈ ਅਸੀਂ ਉਹਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਕਿਹੜੇ-ਕਿਹੜੇ ਕੰਮ ਹਨ ਅਗਰ ਤੁਸੀਂ ਆਂਗਨਵਾੜੀ ਵਰਕਰ ਤੁਸੀਂ ਨਿਯੁਕਤ ਹੋ ਜਾਂਦੇ ਹਨ। ICDS ਸਕੀਮ ਨੂੰ ਸੁਚਾਰੂ ਢੰਗ ਨਾਲ ਧਰਾਤਲ ਪੱਧਰ ਤੇ ਲਾਗੂ ਕਰਨ ਲਈ ਭਾਈਚਾਰਕ ਸਹਾਇਤਾ, ਸਹਿਯੋਗ ਅਤੇ ਜਨ ਭਾਗੀਦਾਰੀ ਲਈ ਯਤਨਸ਼ੀਲ ਰਹਿਣਾ। ਸਾਲ ਵਿੱਚ 2 ਵਾਰ ਆਂਗਨਵਾੜੀ ਸੈਂਟਰ ਦੇ ਖੇਤਰ ਵਿੱਚ ਸਮੂਹ ਪਰਿਵਾਰਾਂ ਦਾ ਵਿਸਥਾਰਪੂਰਵਕ ਸਰਵੇ ਕਰਨਾ। ਹਰ ਮਹੀਨੇ ਬੱਚਿਆਂ ਦਾ ਭਾਰ ਕਰਨਾ, ਬੌਣਾਪਨ, ਦੁਬਲਾਪਨ, ਘੱਟ ਭਾਰ, ਵੱਧ ਭਾਰ, ਮੋਟਾਪਾ ਆਦਿ ਸੰਬੰਧੀ ਬੱਚਿਆਂ ਦੇ ਮਾਪਿਆਂ ਨਾਲ ਜਾਣਕਾਰੀ ਸਾਂਝੀ ਕਰਨਾ, ਮੁਕੰਮਲ ਰਿਕਾਰਡ ਰੱਖਣਾ। 3 ਤੋਂ 6 ਸਾਲ ਦੇ ਬੱਚਿਆਂ ਲਈ ਇੱਕ ECCE ਅਧੀਨ ਪ੍ਰੀ ਸਕੂਲ ਗਤੀਵਿਧੀਆਂ ਦਾ ਆਯੋਜਨ ਕਰਨਾ ਅਤੇ ਆਂਗਨਵਾੜੀ ਪੱਧਰ ਤੇ ਖੇਡਣ ਦੇ ਸਾਜ਼ੋ ਸਮਾਨ ਨੂੰ ਤਿਆਰ ਕਰਨਾ। ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਅਤੇ 6 ਮਹੀਨੇ ਤੋਂ 6 ਸਾਲ ਦੇ ਬੱਚਿਆਂ ਲਈ ਮੀਨੂ ਅਨੁਸਾਰ ਪੂਰਨ ਪੋਸ਼ਕ ਆਹਾਰ ਤਿਆਰ ਕਰਵਾਉਣਾ ਦੇ ਸੰਬੰਧੀ ਮੁਕੰਮਲ ਰਿਕਾਰਡ ਰੱਖਣਾ। ਔਰ ਬਾਕੀ ਕੰਮ ਜੋ ਇਸ ਦੇ ਨਾਲ ਹੀ ਮਿਲਦੇ ਜੁਲਦੇ ਹਨ ਜੋ ਰਹਿ ਗਏ ਹਨ। ਆਂਗਨਵਾੜੀ ਕੇਂਦਰ ਵਿਚਲੇ ਸਾਜ਼ੋ ਸਮਾਨ ਦੀ ਦੇਖਭਾਲ ਅਤੇ ਸਾਫ਼ ਸਫਾਈ ਲਈ ਜ਼ਿੰਮੇਵਾਰ ਹੋਣਾ ਤੇ ਆਂਗਨਵਾੜੀ ਹੈਲਪਰ ਨੂੰ ਇਸ ਸੰਬੰਧੀ ਪਾਬੰਦ ਕਰਨਾ। ਵਿਭਾਗ ਵੱਲੋਂ ਮੰਗੀਆਂ ਜਾਂਦੀਆਂ ਰਿਪੋਰਟਾਂ ਨੂੰ ਸਹੀ ਅਤੇ ਸਮੇਂ ਅਨੁਸਾਰ ਤਿਆਰ ਕਰਨਾ ਅਤੇ ਕੰਮ ਸੰਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ ਤੇ ਸਰਕਲ ਸੁਪਰਵਾਈਜ਼ਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਲ ਤਾਲਮੇਲ ਕਰਨਾ। ਸਮੇਂ-ਸਮੇਂ ਤੇ ਪਿੰਡ ਦੇ ਵਿਕਾਸ ਕਾਰਜਾਂ ਦੀ ਲੋੜ ਪੈਣ ਤੇ ਵੱਖ-ਵੱਖ ਵਿਭਾਗਾਂ ਨੂੰ ਸਹਿਯੋਗ ਦੇਣਾ।
ਮੰਥਲੀ ਪ੍ਰੋਗਰੈਸ ਰਿਪੋਰਟ ਨੂੰ ਸਮੇਂ ਸਿਰ ਤਿਆਰ ਕਰਨਾ ਤੇ ਉਸ ਦਾ ਅਸੈਸਮੈਂਟ ਕਰਨਾ, ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਦੀ ਸੁਰੱਖਿਆ ਸੰਬੰਧੀ ਜ਼ਿੰਮੇਵਾਰ ਹੋਣਾ। ਨੈਕਸਟ ਅਸੀਂ ਗੱਲ ਕਰਦੇ ਹਾਂ ਪੰਜਾਬ ਵਿੱਚ ਆਂਗਣਵਾੜੀ ਹੈਲਪਰਾਂ ਦੀਆਂ ਭੂਮਿਕਾ। ਇਹਨਾਂ ਨੇ ਕਿਹੜੇ-ਕਿਹੜੇ ਕੰਮ ਕਰਨੇ ਹਨ? ਆਂਗਣਵਾੜੀ ਕੇਂਦਰ ਦੀ ਸਾਫ਼ ਸਫਾਈ ਅਤੇ ਕੇਂਦਰ ਵਿਚਲੇ ਸਾਜੋ ਸਮਾਨ ਦੀ ਦੇਖਭਾਲ ਲਈ ਪਾਬੰਦ ਹੋਣਾ, ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣਾ, ਗਰਭਵਤੀ ਔਰਤਾਂ ਦੁੱਧ ਪਿਲਾਊ ਮਾਵਾਂ ਦੇ 6 ਮਹੀਨਿਆਂ ਤੋਂ 6 ਸਾਲ ਦੇ ਬੱਚਿਆਂ ਲਈ ਮੈਨੂ ਅਨੁਸਾਰ ਪੂਰਨ ਪੋਸ਼ਕ ਆਹਾਰ ਤਿਆਰ ਕਰਨਾ ਤੇ ਸਾਫ਼ ਸੁਥਰੇ ਬਰਤਨਾਂ ਵਿੱਚ ਪਕਾਉਣਾ ਤੇ ਪਰੋਸਣਾ, ਪੂਰਨ ਪੋਸ਼ਕ ਆਹਾਰ ਨੂੰ ਸਾਫ਼ ਸੁਥਰੇ ਢੰਗ ਨਾਲ ਸਟੋਰ ਕਰਨਾ, ਆਂਗਣਵਾੜੀ ਕੇਂਦਰ ਵਿੱਚ ਸਾਫ਼ ਸੁਥਰੇ ਪਾਣੀ ਦਾ ਇੰਤਜ਼ਾਮ ਕਰਨਾ ਤੇ ਵਾਟਰ ਕੂਲਰ ਆਦਿ ਨੂੰ ਸਾਫ਼ ਕਰਨਾ, ਆਂਗਣਵਾੜੀ ਕੇਂਦਰ ਪਿੰਡ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਆਂਗਣਵਾੜੀ ਵਰਕਰ ਦਾ ਸਹਿਯੋਗ ਕਰਨਾ। ਤਾਂ ਦੋਸਤੋ, ਜੋ ਇਹ ਪੋਸਟਾਂ ਨਿਕਲੀਆਂ ਹਨ, ਤੁਸੀਂ ਇਹਨਾਂ ਪੋਸਟਾਂ ਦੇ ਲਈ ਜੋ ਬਿਨਾਂ ਅੰਤਿਮ ਤਰੀਕ ਨੂੰ ਉਡੀਕੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ। ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਔਰ ਇਸ ਤਰ੍ਹਾਂ ਵੱਖ-ਵੱਖ ਪੋਸਟਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।